ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਸੁਣ ਰਹੇ ਹੋ ਜੀ ਕੁਲਵੀਰ ਸਿੰਘ ਦੇ ਨਾਲ ਚੈਨਲ ਲਿਤਾ ਪੰਜਾਬੀ। ਅੱਜ ਦੀਆਂ ਖਬਰਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਇਟਾਲੀਅਨ ਪਾਸਪੋਰਟ ਬਾਰੇ। ਇਹਦੇ ਬਾਰੇ ਅਸੀਂ ਪਹਿਲਾਂ ਵੀ ਆਪਣੀਆਂ ਖਬਰਾਂ ਦੇ ਵਿੱਚ ਕਾਫੀ ਵਾਰ ਗੱਲ ਕਰ ਚੁੱਕੇ ਹਾਂ, ਪਰ ਅੱਜ ਜੋ ਗੱਲਬਾਤ ਹੈ ਉਹ ਹੈ ਜੀ ਇੱਕ ਨਵਾਂ ਅਪਡੇਟ ਹੈ, ਉਹਦੇ ਬਾਰੇ ਗੱਲ ਕਰਾਂਗੇ। ਪਰ ਡਿਟੇਲ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਨੈਸ਼ਨਲਿਟੀ ਦੇ ਲਈ ਕਿਹੜਾ ਚਾਹੀਦਾ, ਸਾਨੂੰ ਕਿਹੜੇ ਡਾਕੂਮੈਂਟਾਂ ਦੀ ਲੋੜ ਹੈ। ਇਟਲੀ ਦੇ ਵਿੱਚ ਨੈਸ਼ਨਲਿਟੀ ਮਿਲ ਸਕਦੀ ਹੈ। ਇਟਲੀ ਦੇ ਵਿੱਚ ਜੇਕਰ ਬੱਚੇ ਦਾ ਜਨਮ ਹੁੰਦਾ, ਮਾਂ-ਬਾਪ ਦੇ ਵਿੱਚੋਂ ਇੱਕ ਇਟਾਲੀਅਨ, ਜੇਕਰ ਬੱਚੇ ਦਾ ਜਨਮ ਹੁੰਦਾ ਤੇ ਉਹਨਾਂ ਦੇ ਮਾਂ-ਬਾਪ ਦੇ ਵਿੱਚੋਂ ਕੋਈ ਇਟਾਲੀਅਨ ਨਹੀਂ ਹੈ, 18ਵੇਂ ਸਾਲ ਦੇ ਵਿੱਚ ਬੱਚਾ ਡਿਸਾਈਡ ਕਰ ਸਕਦਾ। ਜੇਕਰ ਕਿਸੇ ਬੱਚੇ ਨੂੰ ਗੋਦ ਲਿਆ ਹੋਵੇ ਤਾਂ ਉਸ 'ਤੇ ਨੈਸ਼ਨਲਿਟੀ ਅਪਲਾਈ ਕਰ ਸਕਦਾ। ਇਟਲੀ ਦੇ ਵਿੱਚ ਵਿਆਹ ਦੇ ਬੇਸ ਦੇ ਉੱਤੇ ਨੈਸ਼ਨਲਿਟੀ ਅਪਲਾਈ ਕੀਤੀ ਜਾ ਸਕਦੀ ਹੈ। ਅੱਜ ਅਸੀਂ ਗੱਲ ਕਰਾਂਗੇ ਜੀ ਰੈਜ਼ੀਡੈਂਸਾਂ ਦੀ। ਇਟਲੀ ਦੇ ਵਿੱਚ ਤਕਰੀਬਨ ਸਭ ਤੋਂ ਜ਼ਿਆਦਾ ਜਿਹੜੀ ਨੈਸ਼ਨਲਿਟੀ ਅਪਲਾਈ ਹੁੰਦੀ ਹੈ ਉਹ ਜੀ ਰੈਜ਼ੀਡੈਂਸਾਂ ਦੀ, ਕਿ 10 ਸਾਲ ਬਾਅਦ ਇਟਲੀ 'ਚ ਬੰਦਾ ਕਰ ਸਕਦਾ ਅਪਲਾਈ। ਹੁਣ ਦੇਖਦੇ ਹਾਂ, ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰਦੇ ਹਾਂ ਕਿ ਇਟਲੀ ਦੇ ਵਿੱਚ ਨੈਸ਼ਨਲਿਟੀ ਹੈ ਜਿਹੜੀ 10 ਸਾਲ ਦੀ ਚਾਹੀਦੀ ਹੈ ਅਪਲਾਈ ਕਰਨ ਦੇ ਲਈ। ਟਾਈਮਿੰਗ ਉਹ ਕਿਹਨਾਂ ਦੇ ਲਈ ਚਾਹੀਦੀ ਆ? ਉਹ ਚਾਹੀਦੀ ਹੈ ਜਿਹੜੇ ਬੰਦੇ ਐਕਸਟਰਾ ਕੋਮੂਨੀਟਾਰੀ ਆ। ਇਟਲੀ ਦਾ ਆਰਟੀਕਲ 9 ਦੱਸ ਰਿਹਾ ਐਕਸਟਰਾ ਕੋਮੂਨੀਟਾਰੀ ਜਿਹੜੇ ਯੂਰਪ ਦਾ ਹਿੱਸਾ ਨਹੀਂ ਹਨ, ਉਹਨਾਂ ਨੂੰ ਚਾਹੀਦਾ ਹੈ ਜੀ 10 ਸਾਲ ਦਾ ਰੈਜ਼ੀਡੈਂਸ। ਜੇਕਰ ਇਟਲੀ ਦੇ ਵਿੱਚ ਕੋਈ ਬੰਦਾ ਰਹਿ ਰਿਹਾ ਜੋ ਕਿ ਯੂਰਪ ਯੂਨੀਅਨ ਤੋਂ ਬਿਲੋਂਗ ਕਰਦਾ, ਯੂਰਪ ਯੂਨੀਅਨ ਦੀ ਕੰਟਰੀ ਦਾ ਕੋਈ ਬੰਦਾ ਇਟਲੀ ਦੇ ਵਿੱਚ ਰਹਿ ਰਿਹਾ, ਤੇ ਉਹ 4 ਸਾਲ ਬਾਅਦ ਆਪਣੀ ਨੈਸ਼ਨਲਿਟੀ ਅਪਲਾਈ ਕਰ ਸਕਦਾ। ਜੇਕਰ ਕਿਸੇ ਬੰਦੇ ਕੋਲ ਅਜ਼ੀਲ ਆ, ਪੋਲੀਟੀਕਲ ਸਟੇ ਆ, ਤਾਂ ਉਹ ਜਿਹੜਾ 5 ਸਾਲ ਬਾਅਦ ਇਟਾਲੀਅਨ ਪਾਸਪੋਰਟ ਲਈ ਅਪਲਾਈ ਕਰ ਸਕਦਾ। ਉੱਦਾਂ ਹੀ ਜੇਕਰ ਕੋਈ ਬੰਦਾ ਇਟਲੀ ਦੇ ਵਿੱਚ ਜਿਸ ਨੂੰ ਅਡੋਪਟ ਕੀਤਾ ਹੋਵੇ, ਜਿਸ ਦੀ ਜੋ ਬਾਲਗ ਹੈ, ਜਿਸ ਦੀ ਉਮਰ 18 ਸਾਲ ਤੋਂ ਵੱਧ ਆ, ਇਟਾਲੀਅਨ ਬੰਦੇ ਨੇ ਉਸ ਨੂੰ ਅਡੋਪਟ ਕੀਤਾ, ਤਾਂ ਇਟਲੀ ਦੇ ਵਿੱਚ 5 ਸਾਲ ਦਾ ਰੈਜ਼ੀਡੈਂਸਾ ਇਟਲੀ ਦੇ ਕਮੂਨੇ ਦੇ ਵਿੱਚ ਨਾਮ ਲਿਖਾਇਆ ਕਿ ਅਸੀਂ ਇਸ ਪਿੰਡ ਦੇ ਵਿੱਚ ਰਹਿ ਰਹੇ ਹਾਂ। 5 ਸਾਲ ਦਾ ਰੈਜ਼ੀਡੈਂਸ ਹੋਣਾ ਚਾਹੀਦਾ ਤੇ 5 ਸਾਲਾਂ ਬਾਅਦ ਅਪਲਾਈ ਕੀਤਾ ਜਾ ਸਕਦਾ। ਅਤੇ 3 ਸਾਲ ਬਾਅਦ ਅਪਲਾਈ ਉਹ ਕਰ ਸਕਦੇ ਜਿਨ੍ਹਾਂ ਦੇ ਮਾਂ ਜਾਂ ਫਿਰ ਬਾਪ ਦੇ ਵਿੱਚੋਂ ਇੱਕ ਇਟਾਲੀਅਨ ਸੀ। ਅਤੇ ਉਸ ਤੋਂ ਬਾਅਦ 5 ਸਾਲ ਜੇਕਰ ਕਿਸੇ ਨੇ ਸਰਕਾਰ ਦੀ ਸਰਵਿਸ ਕੀਤੀ ਆ ਤਾਂ ਇਟਲੀ ਦੇ ਵਿੱਚ ਜੇਕਰ ਉਹ 5 ਸਾਲ ਤੋਂ ਰਹਿ ਰਿਹਾ ਤਾਂ ਨੈਸ਼ਨਲਿਟੀ ਅਪਲਾਈ ਕਰ ਸਕਦਾ। ਇਸ ਤੋਂ ਬਾਅਦ ਜਿਹੜਾ ਸਟਰਨੀਅਰੀ ਦੇ ਲਈ 10 ਸਾਲ ਦਾ ਰੈਜ਼ੀਡੈਂਸ ਹੈ ਜੀ, ਉਹ ਹੈ ਜੀ ਰੈਜ਼ੀਡੈਂਸਾ ਕੰਟੀਨੂਆ ਅਤੇ ਇਨਇੰਟਰਰੋਤਾ, ਕਿ ਇਹ ਜਿਹੜਾ ਆ 10 ਸਾਲ ਲਗਾਤਾਰ ਹੋਵੇ, ਕਿ ਤੁਹਾਡਾ ਜਿਹੜਾ ਰੈਜ਼ੀਡੈਂਸ ਹੈ ਉਹ ਕਦੇ ਕੱਟ ਨਾ ਹੋਇਆ ਹੋਵੇ। ਹੁਣ ਅਸੀਂ ਗੱਲ ਕਰਦੇ ਹਾਂ ਜੀ ਇਸਕ੍ਰਿਜ਼ੀਓਨਲ ਅਨਾਗ੍ਰਾਫੇ। ਇਟਲੀ ਦੇ ਵਿੱਚ ਜਿਹੜਾ ਨਾਮ ਲਿਖਵਾਉਣਾ ਪੈਂਦਾ, ਜਿਸ ਟਾਈਮ ਬੰਦਾ ਕੋਈ ਵੀ ਇਟਲੀ ਦੇ ਵਿੱਚ ਕਿਸੇ ਪਿੰਡ 'ਚ ਰਹਿ ਰਿਹਾ ਤਾਂ ਕਮੂਨੇ ਦੇ ਵਿੱਚ ਊਫੀਚੋ ਅਨਾਗ੍ਰਾਫੇ ਦੇ ਵਿੱਚ ਨਾਮ ਲਿਖਵਾਉਣਾ ਪੈਂਦਾ, ਅਤੇ ਇਹ ਜਿਹੜਾ 10 ਸਾਲ ਹੋਣਾ ਚਾਹੀਦਾ। ਸਿਰਫ ਸਜੋਰਨੋ ਹੀ ਕਾਫੀ ਨਹੀਂ ਕਿ ਸਾਡੇ ਕੋਲ 10 ਸਾਲ ਹੋ ਗਏ ਜਿਹੜੀ ਸਜੋਰਨੋ ਆ ਹੋਈ ਨੂੰ ਤੇ ਅਸੀਂ ਨੈਸ਼ਨਲਿਟੀ ਅਪਲਾਈ ਕਰ ਦਈਏ। ਨਹੀਂ, ਸਿਰਫ 10 ਸਾਲ ਨਹੀਂ, 10 ਸਾਲ ਤਾਂ ਰੈਜ਼ੀਡੈਂਸ ਆਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਕੇਸ ਹੋਏ ਆ, ਨੈਸ਼ਨਲਿਟੀਆਂ ਦੇ ਕੇਸ ਜਿਹੜੇ ਕੈਂਸਲ ਹੋਏ ਆ, ਉਹਨਾਂ ਦਾ ਲੈਤਰੇ ਦੀ ਵਿਨਿਯੋਗ, ਉਹਨਾਂ ਦਾ ਕੈਂਸਲ ਹੋਣ ਦਾ ਕਾਰਨ ਹੀ ਇਹ ਹੁੰਦਾ ਸੀਗਾ ਕਿ ਉਹਨਾਂ ਨੂੰ ਪੂਰੇ 10 ਸਾਲ ਨਹੀਂ ਹੋਏ ਸੀ। ਅਤੇ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਪ੍ਰੋਬਲਮ ਜੋ ਸਾਹਮਣੇ ਆਉਂਦੀ ਹੈ ਜ਼ਿਆਦਾਤਰ, ਉਹ ਇਹ ਆ ਕਿ ਬਹੁਤ ਸਾਰੇ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦਾ ਇਸਕ੍ਰਿਜ਼ੀਓਨੇ ਅਨਾਗ੍ਰਾਫੇ ਦੇ ਵਿੱਚੋਂ ਕੱਟ ਦਿੱਤਾ ਗਿਆ। ਇਹ ਜ਼ਿਆਦਾਤਰ ਉਹਨਾਂ ਦੇ ਨਾਲ ਹੁੰਦਾ ਜੋ ਕਿਸੇ ਦੇ ਨਾਲ ਰਹਿੰਦੇ ਆ ਜਾਂ ਕੁਛ ਟਾਈਮ ਟੈਂਪਰਲੀ ਰਹਿੰਦੇ ਆ, ਜਾਂ ਪੈਸੇ ਲੈ ਦੇ ਕੇ ਜਿਨ੍ਹਾਂ ਨੇ ਪੇਪਰ ਬਣਾਏ ਹੁੰਦੇ। ਜਿਸ ਵੀ ਟਾਈਮ ਇਟਲੀ ਦੇ ਵਿੱਚ ਤੁਹਾਡੀ ਪਰਮੈਸੋ ਦੀ ਸਜੋਰਨੋ ਨੂੰ ਤੁਸੀਂ ਰੀਨਿਊ ਕਰਾਉਂਦੇ ਆ, ਰਿਨੋਵੋ ਦੈਲ ਪਰਮੈਸੋ ਦੀ ਸਜੋਰਨੋ ਹੁੰਦੀ ਆ, ਉਸ ਵੇਲੇ ਕਮੂਨੇ ਦੇ ਵਿੱਚ ਸਾਨੂੰ ਜਾ ਕੇ ਆਪਣੀ ਨਵੀਂ ਸਜੋਰਨੋ ਦੀ ਕਾਪੀ ਦੇਣੀ ਪੈਂਦੀ ਆ। ਜੇਕਰ ਅਸੀਂ ਇੱਦਾਂ ਨਹੀਂ ਕਰਦੇ ਤਾਂ ਉਸ ਸਿਚੁਏਸ਼ਨ ਦੇ ਵਿੱਚ ਚਲੋ ਕਮੂਨੇ ਵਾਲੇ ਤਾਂ ਘਰ ਚਿੱਠੀ ਪਾਉਂਦੇ ਆ, ਜੇਕਰ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਜਦੋਂ ਸਾਡੀ ਸਜੋਰਨੋ ਐਕਸਪਾਇਰ ਹੋਣੀ ਆ, ਉਸ ਤੋਂ 6 ਮਹੀਨੇ ਤੋਂ ਬਾਅਦ ਸਾਨੂੰ ਜਿਹੜਾ ਕਮੂਨੇ ਦੇ ਵਿੱਚ ਉਹਨਾਂ ਨੇ ਕੱਟ ਦੇਣਾ ਕਿ ਇਹ ਬੰਦਾ ਸਾਡੇ ਕੋਲ ਰਹਿੰਦਾ ਹੀ ਨਹੀਂ, ਭਾਵੇਂ ਫਿਰ ਉਹਦੇ ਕੋਲ ਸਜੋਰਨੋ ਹੋਵੇ ਜਾਂ ਨਾ ਹੋਵੇ। ਇਸ ਕਰਕੇ ਜਦੋਂ ਵੀ ਤੁਹਾਡੀ ਜਿਹੜੀ ਸਜੋਰਨੋ ਐਕਸਪਾਇਰ ਹੋ ਰਹੀ ਆ, 6 ਮਹੀਨਿਆਂ ਦੇ ਵਿੱਚ ਆਪਣਾ ਰਿਚੇਵੂਤਾ, ਆਪਣੀ ਸਲਿੱਪ ਜੋ ਵੀ ਹੈ ਕਮੂਨੇ ਦੇ ਵਿੱਚ ਲੈ ਕੇ ਜਾਓ ਊਫੀਚੋ ਅਨਾਗ੍ਰਾਫੇ ਦੇ ਵਿੱਚ। ਜੇਕਰ ਨਹੀਂ ਲੈ ਕੇ ਜਾਂਦੇ ਤਾਂ ਉਸ ਸਿਚੁਏਸ਼ਨ ਦੇ ਵਿੱਚ ਤੁਹਾਡੀ ਜਿਹੜੀ ਹੈ ਨੈਸ਼ਨਲਿਟੀ ਦੀ ਐਪਲੀਕੇਸ਼ਨ ਫਾਈਲ ਦੇ ਵਿੱਚ ਬਹੁਤ ਹੀ ਜਿਹੜੀ ਵੱਡੀ ਪ੍ਰੋਬਲਮ ਆ ਸਕਦੀ। ਅਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਸਾਡੀ ਰਿਕੁਆਇਰਮੈਂਟ ਕਿਹੜੀ ਹੁੰਦੀ ਹੈ। ਸਭ ਤੋਂ ਪਹਿਲੀ ਜਿਹੜੀ ਰਿਕੁਆਇਰਮੈਂਟ ਹੈ ਜੀ ਰੈਜ਼ੀਡੈਂਸਾ। ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ 10 ਸਾਲ ਲਗਾਤਾਰ ਇਟਲੀ ਦੇ ਵਿੱਚ ਰਹਿੰਦੇ ਹੋਇਆਂ ਨੂੰ ਹੋ ਗਏ ਹੋਣੇ ਚਾਹੀਦੀ ਹੈ ਰਜਿਸਟਰਡ।
ਕੋਨੋਸ਼ੈਂਸਾ della lingua italiana, ਇਟਾਲੀਅਨ ਆਂਦੀ ਹੋਣੀ ਚਾਹੀਦੀ ਹੈ। ਕਿੰਨੀ? B1 ਲੈਵਲ। ਰੈਦੀਤੋ ਸਾਡੀ ਜਿਹੜੀ ਕੁੱਦ ਹੋਣੀ ਚਾਹੀਦੀ ਸਾਲ ਦੀ। ਉਸ ਤੋਂ ਬਾਅਦ ਸਾਡੇ ਸਿਰ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਨਹੀਂ ਹੋਣਾ ਚਾਹੀਦਾ ਜਿਹੜਾ ਅਸੀਂ ਕਿਸੇ ਲਈ ਜੇਲ੍ਹ ਨਹੀਂ ਹੋਈ, ਅਸੀਂ ਪਬਲਿਕ ਦੇ ਲਈ ਖਤਰਾ ਨਹੀਂ ਹੈਗੇ। ਜਿਸ ਤਰ੍ਹਾਂ ਕਿ ਤੁਹਾਨੂੰ ਅਸੀਂ ਦੱਸਿਆ ਰੈਜ਼ੀਡੈਂਸ ਆ ਜਿਹੜਾ 10 ਸਾਲ ਦੇ ਲਈ ਹੋਣਾ ਚਾਹੀਦਾ ਅਤੇ ਕੰਟੀਨੂਆਟਿਵਾ ਅਤੇ ਇਨ ਇੰਟਰਰੋਤਾ ਲਗਾਤਾਰ ਚੱਲਦਾ ਹੋਇਆ ਹੋਣਾ ਚਾਹੀਦਾ। ਉਸ ਤੋਂ ਬਾਅਦ ਇੱਕ ਸਵਾਲ ਪੁੱਛਿਆ ਜਾਂਦਾ ਕਿ ਜੇਕਰ ਅਸੀਂ ਨੈਸ਼ਨੈਲਿਟੀ ਅਪਲਾਈ ਕੀਤੀ ਆ, ਕੀ ਅਸੀਂ ਆਪਣਾ ਰੈਜ਼ੀਡੈਂਸ ਬਦਲ ਸਕਦੇ ਹਾਂ? ਅਸੀਂ ਬਰੇਸ਼ੀਆ ਦੇ ਇਲਾਕੇ ਦੇ ਵਿੱਚ ਸੀਗੇ, ਪਰ ਉਸ ਤੋਂ ਬਾਅਦ ਅਸੀਂ ਕਰਮੋਨੇ ਦੇ ਵਿੱਚ ਮੂਵ ਹੋਣਾ ਚਾਹੁੰਦੇ ਹਾਂ। ਹੋ ਸਕਦੇ ਹਾਂਜੀ ਬਦਲ ਸਕਦੇ ਹਾਂ, ਪਰ ਤੁਹਾਨੂੰ ਆਪਣਾ ਜਿਹੜਾ ਪ੍ਰੈਫੇਤੂਰਾ ਹੈ ਜਿਹੜਾ ਵੀ ਤੁਹਾਡਾ ਪੈਂਦਾ ਉੱਥੇ ਜਾ ਕੇ ਦੱਸਣਾ ਪੈਣਾ। ਦੇਖੋ ਹੁਣ ਇਟਾਲੀਅਨ ਦੀ ਲੈਵਲ B1 ਸਾਰਿਆਂ ਨੂੰ ਚਾਹੀਦਾ, ਪਰ ਜੇਕਰ ਤੁਸੀਂ ਇਟਲੀ ਦੇ ਵਿੱਚ ਜਦੋਂ ਆਏ ਸੀ ਤਾਂ ਅਕੋਰਡੋ ਦੀ ਇੰਟੀਗ੍ਰੇਸ਼ਨੇ ਦੇ ਵਿੱਚ ਸਾਈਨ ਕੀਤੇ, ਜਿਹੜੇ ਉੱਥੇ ਘੰਟੇ ਉਹਨਾਂ ਨੇ ਲਵਾਉਣੇ ਆ ਉਹ ਤੁਸੀਂ ਲਾਏ, ਉਸ ਸਿਚੁਏਸ਼ਨ 'ਚ ਤੁਹਾਨੂੰ B1 ਨਹੀਂ ਚਾਹੀਦਾ। ਜਾਂ ਫਿਰ ਤੁਹਾਡੇ ਕੋਲ ਕਾਰਤਾ ਦੀ ਸਜੋਰਨੋ ਆ ਤਾਂ ਫਿਰ ਤੁਹਾਨੂੰ ਇਟਾਲੀਅਨ ਦਾ ਪਾਸਪੋਰਟ ਜਿਹੜਾ ਇਟਾਲੀਅਨ ਦੀ ਭਾਸ਼ਾ ਨਹੀਂ ਚਾਹੀਦੀ ਸਰਟੀਫਿਕੇਟ। ਜੇ ਤੁਸੀਂ ਇਟਲੀ ਦੇ ਵਿੱਚ ਸਟੱਡੀ ਕੀਤੀ ਆ ਤਾਂ ਫਿਰ ਵੀ ਤੁਹਾਨੂੰ ਜਿਹੜੀ ਹੈ ਇਹ ਨਹੀਂ ਚਾਹੀਦੀ। ਹੁਣ ਦੇਖਦੇ ਹਾਂ ਵੀ ਰੈਦੀਤੋ ਕਿੰਨਾ ਚਾਹੀਦਾ। ਦੇਖੋ ਰੈਦੀਤੋ ਜੇ ਕੁੱਦ ਦੀ ਗੱਲ ਕਰੀਏ ਤਾਂ 3 ਸਾਲ ਜੋ ਸਾਡੇ ਪਿਛਲੇ 3 ਸਾਲ ਲੰਘੇ ਆ ਅਤੇ ਜੋ ਮੌਜੂਦਾ ਚੱਲ ਰਿਹਾ, ਇਹਨਾਂ 3 ਸਾਲਾਂ ਦੇ ਵਿੱਚ ਸਾਡੀ 8,263 €, ਤੇ 31 ਸੈਂਟ ਕੁੱਦ ਹੋਣੀ ਚਾਹੀਦੀ ਸਿਰਫ ਇੱਕ ਬੰਦੇ ਦੀ। ਜੇਕਰ ਮੀਆਂ ਤੇ ਬੀਬੀ ਆ ਤਾਂ ਉਸ ਸਿਚੁਏਸ਼ਨ ਦੇ ਵਿੱਚ 11,362, ਅਤੇ ਉਸ ਤੋਂ ਬਾਅਦ ਜੇਕਰ ਬੱਚੇ ਵੀ ਆ ਤਾਂ ਜਿੰਨੇ ਬੱਚੇ ਆ 11,362 ਦੇ ਵਿੱਚ 516 ਐਡ ਕਰੀ ਜਾਣੇ ਜਿੰਨੇ ਵੀ ਸਾਡੇ ਜਿਹੜੇ ਨਾਲ ਜੁੜਦੇ ਆ। ਉਸ ਤੋਂ ਬਾਅਦ ਇਸ ਫਾਈਲ ਨੂੰ ਅਸੀਂ ਭਰ ਕਿੱਦਾਂ ਸਕਦੇ ਹਾਂ, ਔਨਲਾਈਨ ਐਪਲੀਕੇਸ਼ਨ ਕਿੱਦਾਂ ਕਰ ਸਕਦੇ ਹਾਂ। ਦੇਖੋ ਔਨਲਾਈਨ ਐਪਲੀਕੇਸ਼ਨ ਭਰਨ ਦੇ ਲਈ ਵੈਬਸਾਈਟ ਆ ਜੀ ਪੋਰਟਾਲੇ ਸਰਵਿਸਿਓ DLCI ਵਾਲਾ। ਇੱਥੇ ਤੁਸੀਂ ਆਪ ਔਨਲਾਈਨ ਸਾਰਾ ਫਾਰਮ ਭਰ ਸਕਦੇ ਆ, ਭੇਜ ਸਕਦੇ ਆ। ਸਪੀਡ ਦੇ ਨਾਲ ਇਹਦੇ ਵਿੱਚ ਐਂਟਰੀ ਕੀਤੀ ਜਾਂਦੀ ਹੈ, ਪਰ ਜੇਕਰ ਤੁਸੀਂ ਚਾਹੋ ਮਨਦੀਪ ਭਾਜੀ ਨਾਲ ਕੰਟੈਕਟ ਕਰ ਸਕਦੇ ਹੋ, ਜਾਂ ਫਿਰ ਆਪਣੇ ਜਿਹੜੇ ਯਕੀਨਯੋਗ ਤੁਹਾਡੇ ਨੇੜੇ ਕਾਫ ਚੀਜ਼ਲ ਵਾਲੇ ਆ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਡਾਕੂਮੈਂਟ ਕਿਹੜੇ ਚਾਹੀਦੇ ਆ ਹੋਰ ਇਹਨਾਂ ਤੋਂ ਇਲਾਵਾ? ਦੇਖੋ ਜੀ ਸਭ ਤੋਂ ਪਹਿਲਾਂ ਮਾਰਕਾ ਦਾ ਬੋਲੋ 16 € ਦਾ ਚਾਹੀਦਾ। ਆਤੋ ਦੀ ਨਾਸ਼ਿਤਾ ਜੋ ਕੀ ਹੁੰਦਾ ਸਾਡਾ ਬਰਥ ਸਰਟੀਫਿਕੇਟ, PCC ਜਿਸ ਨੂੰ certificato penale ਕਹਿੰਦੇ ਆ, ਪਾਸਪੋਰਟ, ਕਾਰਤਾ ਇਡੈਂਟੀਟà, ਸੋਜੋਰਨੋ, certificato storico ਦੀ ਰੈਜ਼ੀਡੈਂਸਾ ਕਿ ਅਸੀਂ ਕਿੱਥੇ ਕਿੱਥੇ ਰਹੇ ਹਾਂ, ਇਹ ਡੇਟਾਂ ਵੀ ਕਾਫੀ ਹੁੰਦੀਆਂ ਨੇ। ਉਸ ਤੋਂ ਬਾਅਦ ਮੋਡੈਲੋ ਕੁੱਦ ਸਾਡੀ ਜਿਹੜੀ ਕੁੱਦ ਜਾਂ ਫਿਰ ਸੈਤੇ ਤਰੈਂਤਾ 250 € ਦੀ ਜਿਹੜੀ ਪਰਚੀ ਆ ਅਸੀਂ ਪੈਸੇ ਤਾਰੇ ਆ, ਅਤੇ B1 ਤੋਂ ਸਾਡਾ ਘੱਟ ਇਟਾਲੀਅਨ ਜਿਹੜੀ ਆ ਨਹੀਂ ਹੋਣੀ ਚਾਹੀਦੀ। ਜਾਂ ਫਿਰ ਸਾਡੇ ਕੋਲ ਜੇਕਰ ਕਾਰਤਾ ਦੀ ਸਜੋਰਨੋ ਤਾਂ ਉਸ ਸਿਚੁਏਸ਼ਨ 'ਚ ਅਸੀਂ ਜਿਹੜੀ ਆ ਕਾਰਤਾ ਦੀ ਸਜੋਰਨੋ ਦੇ ਨਾਲ ਕਾਪੀ ਦੇ ਨਾਲ ਕਰਵਾ ਸਕਦੇ ਹਾਂ। ਹੁਣ ਇਹਨੂੰ ਟਾਈਮ ਕਿੰਨਾ ਲੱਗਦਾ? ਕੁਆਂਤੋ ਟੈਂਪੋ ਚੀ ਵਾਲੇ, ਇਸ ਨੂੰ ਸਮਾਂ ਕਿੰਨਾ ਲੱਗਦਾ ਜੀ ਇਟਾਲੀਅਨ? ਦੇਖੋ ਪਾਸਪੋਰਟ ਅਪਲਾਈ ਕਰਨ ਤੋਂ 24 ਮਹੀਨਿਆਂ ਤੋਂ ਲੈ ਕੇ 36 ਮਹੀਨੇ ਤੱਕ ਦਾ ਜਿਹੜਾ ਟਾਈਮ ਲੱਗ ਸਕਦਾ ਹੈ। ਇਸ ਕਰਕੇ 2 ਤੋਂ 3 ਸਾਲ ਜਿਹੜੇ ਆ ਟੋਟਲ ਇਹਦੇ ਵਿੱਚ ਲੱਗ ਸਕਦੇ। ਤੇ ਕੀ ਇਹ ਜਿਹੜਾ ਸਮਾਂ ਘੱਟ ਲੱਗਦਾ ਕਿ ਜ਼ਿਆਦਾ ਲੱਗਦਾ? ਦੇਖੋ ਜਿਹੜੇ ਤਾਂ ਨਵੇਂ ਜਿੰਨੇ ਵੀ ਬੰਦਿਆਂ ਨੇ ਅਪਲਾਈ ਕੀਤੇ ਆ ਉਹਨਾਂ ਸਾਰਿਆਂ ਨੂੰ 2-2 ਸਾਲ ਲੱਗਦੇ ਆ, 2 ਬੜੀ ਹੱਦ 3 ਸਾਲ। ਪਰ ਜਿਨ੍ਹਾਂ ਨੇ 20 ਦਸੰਬਰ 2020 ਤੋਂ ਪਹਿਲਾਂ ਅਪਲਾਈ ਕੀਤਾ ਸੀ ਉਹਨਾਂ ਸਾਰਿਆਂ ਨੂੰ 4-4 ਸਾਲ ਤੱਕ ਦਾ ਜਿਹੜਾ ਸਮਾਂ ਲੱਗ ਰਿਹਾ ਜੀ। ਨੈਸ਼ਨਲਿਟੀ ਜਿਹੜੀ ਅਪਲਾਈ ਕੀਤੀ ਹੁੰਦੀ ਹੈ ਇਹ ਕੈਂਸਲ ਕਿੱਦਾਂ ਹੋ ਸਕਦੀ ਹੈ? ਰਿਜੈਕਟੋ ਇਹਨੂੰ ਕਿੱਦਾਂ ਮਿਲਦਾ? ਦੇਖੋ ਜੇਕਰ ਕੋਂਦਾਨੇ ਪੈਨਾਲੀ, ਹੁਣ ਕੋਂਦਾਨੇ ਪੈਨਾਲੀ ਕਿਸੇ ਬੰਦੇ ਸਿਰ ਕੇਸ ਹੋ ਗਿਆ, ਕੇਸ ਹੋਣ ਤੋਂ ਬਾਅਦ ਉਹਨੂੰ ਸਜ਼ਾ ਹੋ ਗਈ, ਜਾਂ ਫਿਰ ਉਹਦੇ ਸਿਰ ਕੋਈ ਖਤਰਨਾਕ ਕੇਸ ਚੱਲ ਰਿਹਾ, ਇਟਾਲੀਅਨ ਜਿਹੜਾ ਲੈਂਗੁਏਜ ਦਾ ਉਹਦੇ ਕੋਲ ਸਰਟੀਫਿਕੇਟ ਨਹੀਂ ਹੈਗਾ। ਇੱਥੇ ਤੱਕ ਕਿ ਜੇਕਰ ਤੁਹਾਡੇ ਫੈਮਿਲੀ ਮੈਂਬਰ ਦੇ ਵਿੱਚ ਵੀ ਕਿਸੇ ਨੇ ਕੁਛ ਵਾਰਦਾਤ ਕੀਤੀ ਹੋਈ ਆ ਉਸ ਸਿਚੁਏਸ਼ਨ ਦੇ ਵਿੱਚ ਵੀ ਨੈਸ਼ਨਲਿਟੀ ਆ ਜਿਹੜੀ ਤੁਹਾਡੀ ਕੈਂਸਲ ਹੋ ਸਕਦੀ। ਰੈਜ਼ੀਡੈਂਸ ਆ ਜੇਕਰ ਪੂਰਾ ਨਾ ਹੋਵੇ ਸਾਡੀ ਨੈਸ਼ਨਲਿਟੀ ਦਾ ਦਮਾਂਦਾ ਰੱਦ ਹੋ ਸਕਦਾ। ਰੈਦੀਤੋ ਸਾਡਾ ਪੂਰਾ ਨਾ ਹੋਵੇ ਫਿਰ ਵੀ ਜਿਹੜਾ ਸਾਡਾ ਦਮਾਂਦਾ ਰੱਦ ਹੋ ਸਕਦਾ। ਜੇਕਰ ਦਮਾਂਦਾ ਰੱਦ ਹੋ ਜਾਂਦਾ ਤਾਂ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਅਵੋਕਾਤੋ ਇਮੀਗ੍ਰੇਸ਼ਨ, ਸਾਨੂੰ ਇਮੀਗ੍ਰੇਸ਼ਨ ਐਡਵੋਕੇਟ ਦੀ ਲੋੜ ਆ ਜੋ ਕਿ ਸਾਨੂੰ ਤਾਰ ਦੇ ਵਿੱਚ ਅਪੀਲ ਕਰੇ, ਅਤੇ ਇਹ ਅਪੀਲ ਆ ਜਿਹੜੀ 10 ਦਿਨਾਂ ਦੇ ਵਿੱਚ ਹੋ ਸਕਦੀ ਆ, ਕਿਉਂਕਿ ਦਮਾਂਦਾ ਉਹਨਾਂ ਦਾ ਜਵਾਬ ਦੇਣਾ ਪੈਂਦਾ 10 ਦਿਨਾਂ ਦੇ ਵਿੱਚ ਨਹੀਂ ਕੈਂਸਲ ਕਰ ਦੇਣਾ, ਫਿਰ 60 ਦਿਨ ਦਾ ਵਕੀਲ ਕੋ ਟਾਈਮ ਉਹ ਅੱਗੇ ਜਿਹੜਾ ਫਾਈਲ ਨੂੰ ਭੇਜ ਸਕਦਾ। ਜੇਕਰ ਨੈਸ਼ਨਲਿਟੀ ਜਿਹੜੀ ਰੱਦ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ 250 € ਆ ਕੀ ਸਾਨੂੰ ਮੁੜ ਸਕਦੇ? ਹਾਂਜੀ, ਅਸੀਂ ਜਿੱਦਣ ਅਪਲਾਈ ਕੀਤਾ 1 ਸਾਲ ਦੇ ਵਿੱਚ 250 €
ਮਿਲ ਸਕਦਾ ਸਾਨੂੰ ਵਾਪਸ। ਅਸੀਂ ਜਿਹੜੀ ਆਪਣੀ ਫਾਈਲ ਨੂੰ ਤੇਜ਼ ਕਿੱਦਾਂ ਕਰ ਸਕਦੇ ਹਾਂ? ਦੇਖੋ, ਜੇਕਰ ਤੁਸੀਂ ਚਾਹੁੰਦੇ ਕਿ ਤੁਹਾਡੀ ਫਾਈਲ ਤੇਜ਼ ਹੋਵੇ ਤਾਂ ਇਹਦੇ ਲਈ ਸਿਰਫ ਇੱਕ ਹੀ ਤਰੀਕਾ ਹੈ ਕਿ ਜਿਹੜੀਆਂ ਤੁਹਾਨੂੰ ਗੱਲਾਂ ਦੱਸੀਆਂ ਗਈਆਂ, ਤੁਹਾਡੀ ਰਿਕੁਆਇਰਮੈਂਟ ਆ ਜਿਹੜੀ ਪੂਰੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਜੋ ਨਵਾਂ ਕਾਨੂੰਨ ਹੈ ਉਹਦੇ ਵਿੱਚ ਲਿਖਿਆ ਕਿ ਤੁਹਾਡੇ ਕੋਲ ਜੇਕਰ 10 ਸਾਲ ਪੁਰਾਣੀ ਕਾਰਤਾ ਦੀ ਸਜੋਰ ਨੂੰ 10 ਸਾਲ ਪੁਰਾਣੀ ਕਾਰਤਾ ਦੀ ਸਜੋਰ ਨੂੰ ਤੁਸੀਂ ਅਪਡੇਟ ਨਹੀਂ ਕਰਾਈ, ਕਾਗਜ਼ ਵਾਲੀ ਸਜੋਰ ਨੂੰ ਆ, ਤਾਂ ਫਿਰ ਜਿਹੜੀ ਕਾਰਤਾ ਦੀ ਕਾਗਜ਼ ਵਾਲੀ ਸਜੋਰ ਨੂੰ ਆ ਤੇ ਉਸ ਨੂੰ ਕਾਰਤਾ ਦੀ ਸਜੋਰ ਨੂੰ ਅਪਡੇਟ ਕਰਾਉਣਾ ਬਹੁਤ ਜ਼ਰੂਰੀ ਹੈ। ਜੇਕਰ ਨਹੀਂ ਕਰਵਾਇਆ ਤਾਂ ਤੁਹਾਡਾ ਜਿਹੜਾ ਦਮਾਂਦਾ ਕੈਂਸਲ ਹੋ ਸਕਦਾ। ਇਹ ਹੈ ਜੀ ਨੈਸ਼ਨਲਿਟੀ ਦੇ ਉੱਤੇ A ਤੋਂ ਲੈ ਕੇ ਫੁੱਲ Z ਜਿਹੜੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਰੈਜ਼ੀਡੈਂਸਾਂ ਬੇਸਡ ਤੁਹਾਨੂੰ ਇਨਫੋਰਮੇਸ਼ਨ ਦੇਣ ਦੀ। ਮਿਲਦੇ ਹਾਂ ਜੀ ਆਪਣੀਆਂ ਅਗਲੀਆਂ ਖਬਰਾਂ ਦੇ ਵਿੱਚ। ਉਹਨਾਂ ਟਾਈਮ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਸੁਣ ਰਹੇ ਇਟਾਲੀਅਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।